ਹੈਲੋ ਫਰੈਂਡਸ, ਅੱਜ ਆਪਾਂ ਕਰਦੇ ਹਾਂ ਐਕਸਰਸਾਈਜ਼ 9.1 ਦੇ ਜਿਹੜੇ ਆਪਣੇ ਕੁਐਸਚਨ ਰਹਿੰਦੇ ਸੀ ਕੁਐਸਚਨ ਨੰਬਰ 5 ਤੋਂ। ਠੀਕ ਹੈ, ਕਲਾਸ 10th ਦਾ ਟੌਪਿਕ ਹੈ। ਕੁਐਸਚਨ 5th ਹੈ ਆਪਣਾ, ਅ ਕਾਈਟ ਇਜ਼ ਫਲਾਈਂਗ ਐਟ ਅ ਹਾਈਟ ਆਫ 60 ਮੀਟਰ ਅਬਵ ਦਾ ਗਰਾਊਂਡ। ਕਹਿੰਦੇ ਇੱਕ ਕਾਈਟ ਫਲਾਈ ਕਰ ਰਿਹਾ 60 ਮੀਟਰ ਅਬਵ ਦਾ ਗਰਾਊਂਡ। ਸਪੋਜ਼ ਕਰੋ ਆਪਣਾ ਇੱਥੇ ਕਾਈਟ ਹੈ, ਉਹ 60 ਮੀਟਰ ਅਬਵ ਹੈਗਾ ਗਰਾਊਂਡ ਤੋਂ। ਠੀਕ ਹੈ, the string attached to the kite is temporarily tied to a point on the ground। ਕਹਿੰਦੇ ਜਿਹੜੀ ਉਹਦੀ ਸਟ੍ਰਿੰਗ ਆ ਉਹ ਟਾਈ ਕੀਤੀ ਗਈ ਹੈ ਟੈਂਪਰੇਰੀਲੀ ਗਰਾਊਂਡ ਦੇ ਉੱਤੇ। ਠੀਕ ਹੈ, the inclination of the string with the ground is 60 degree। ਕਹਿੰਦੇ ਜਿਹੜੀ ਉਹਦੀ ਸਟ੍ਰਿੰਗ ਆ ਗਰਾਊਂਡ ਤੇ ਕਿੰਨੇ ਡਿਗਰੀ ਦਾ ਐਂਗਲ ਬਣਾ ਰਹੀ ਆ, 60 ਡਿਗਰੀ ਦਾ। ਠੀਕ ਹੈ, ਮਤਲਬ ਇੱਥੇ ਕਿੰਨਾ ਐਂਗਲ ਬਣ ਰਿਹਾ, 60 ਡਿਗਰੀ। ਕਲੀਅਰ। Find the length of the string assuming that there is no slack in the string। ਕਹਿੰਦੇ ਆਪਾਂ string ਦੀ length find out ਕਰਨੀ ਹੈ, that means ਆ length ਆਪਾਂ find out ਕਰਨੀ ਹੈ। suppose ਕਰ ਲਈਏ ਇਹ A point ਆ, B point ਆ, ਇਹ C point ਆ। ਆਪਾਂ ਨੂੰ A B given ਆ, A C ਆਪਾਂ ਨੇ find out ਕਰਨਾ। ਇਹ ਆਪਣਾ right triangle ਦੇ ਵਿੱਚ ਕੀ ਹੁੰਦਾ, P ਹੁੰਦਾ। ਠੀਕ ਹੈ, ਇਹ ਹੁੰਦਾ ਆਪਣਾ H। P ਤੇ H ਦਾ ਰਿਲੇਸ਼ਨ ਆਪਣਾ ਕੌਣ ਦਿੰਦਾ ਹੈ, ਸਾਈਨ ਥੀਟਾ। ਤਾਂ ਸਾਈਨ ਥੀਟਾ ਇਕਲਸ ਟੂ P ਅਪੋਨ H, ਸਾਰੀਆਂ ਵੈਲਿਊਜ਼ ਪੁੱਟ ਕਰਕੇ ਆਪਣਾ ਆਨਸਰ ਆ ਜਾਏਗਾ। ਕਲੀਅਰ। ਬਿਲਕੁਲ ਸੇਮ ਜਿਵੇਂ ਕੱਲ 4 ਕੁਐਸਚਨਸ ਕੀਤੇ ਸੀ ਉਦਾਂ ਹੀ ਇਹ ਕੁਐਸਚਨ ਚੱਲਣਗੇ। ਠੀਕ ਹੈ, ਲੈਟ A B be a height of 60 meter and we have to find length of string that is AC। ਆਪਾਂ ਕੀ find out ਕਰਨਾ, AC। we know in triangle ABC P upon H equals to sin theta। ਸਾਈਨ ਥੀਟਾ ਕਿੰਨਾ ਆਪਣਾ 60 ਡਿਗਰੀ। P ਆਪਣਾ ਕੀ ਆ, AB। ਹਾਈਪੋਟੇਨਿਊਜ਼ ਆਪਣਾ ਕੀ ਆ, AC। ਕਲੀਅਰ। ਸਾਈਨ 60 ਦੀ ਵੈਲਿਊ √3/2। AB ਆਪਾਂ ਨੂੰ ਗਿਵਨ ਆ 60 ਮੀਟਰ, AC ਆਪਾਂ ਫਾਈਂਡ ਆਊਟ ਕਰਨਾ। ਕਲੀਅਰ। ਬਾਈ ਕ੍ਰੋਸ ਮਲਟੀਪਲਾਈਂਗ we get AC equals to 2 into 60 upon √3। ਇਹਨੂੰ ਆਪਾਂ ਕਰਾਂਗੇ ਰੈਸ਼ਨਲਾਈਜ਼ ਕਿਉਂਕਿ ਡਿਨੋਮੀਨੇਟਰ ਦੇ ਵਿੱਚ ਰੂਟ ਪਿਆ, ਸੌਰੀ 120 upon √3 into √3 ਨੀਚੇ ਵੀ। ਕਲੀਅਰ। ਆਪਣੇ ਕੋਲ ਆ ਗਿਆ 120 √3 upon √3 into √3 3। ਕਲੀਅਰ। we get AC equals to 40 √3 meters। ਹੈਂਸ ਆਪਣੀ ਲੈਂਥ ਕਿੰਨੀ ਆ ਗਈ ਸਟ੍ਰਿੰਗ ਦੀ, 40 √3 meters। ਕਲੀਅਰ। ਨਾਓ ਕੁਐਸਚਨ 6, a 1.5 meter tall boy is standing at some distance from a 30 meter tall building। ਕਹਿੰਦੇ 1.5 ਮੀਟਰ ਟਾਲ ਬॉय ਆ, ਉਹ ਸਮ ਡਿਸਟੈਂਸ 'ਤੇ ਖੜਾ ਇੱਕ ਬਿਲਡਿੰਗ ਤੋਂ ਜਿਹਦੀ ਹਾਈਟ ਆ 30 ਮੀਟਰ। ਦ ਐਂਗਲ ਆਫ ਐਲੀਵੇਸ਼ਨ ਫਰੋਮ ਹਿਜ਼ ਆਈਜ਼ ਟੂ ਦ ਟੋਪ ਆਫ ਦ ਬਿਲਡਿੰਗ ਇਨਕਰੀਜ਼ਿਜ਼ ਫਰੋਮ 30 ਡਿਗਰੀ ਟੂ 60 ਡਿਗਰੀ। ਕਹਿੰਦੇ ਉਹ ਬॉय ਆਪਣੀ ਬਿਲਡਿੰਗ ਦੇ ਵੱਲ ਤੁਰਿਆ ਜਾਂਦਾ ਹੈ ਟੂਵਰਡਸ ਦ ਬਿਲਡਿੰਗ। ਠੀਕ ਹੈ, ਉਹਦਾ ਐਂਗਲ ਪਹਿਲਾਂ 30 ਡਿਗਰੀ ਬਣਦਾ ਸੀ, ਫਿਰ 60 ਡਿਗਰੀ ਬਣ ਗਿਆ, ਇਨਕਰੀਜ਼ ਹੋ ਗਏ। ਠੀਕ ਹੈ, ਫਾਈਂਡ ਦ ਡਿਸਟੈਂਸ ਹੀ ਵਾਕਡ ਟੂਵਰਡਸ ਦ ਬਿਲਡਿੰਗ। ਕਹਿੰਦੇ ਉਹ ਬਿਲਡਿੰਗ ਵੱਲ ਕਿੰਨਾ ਡਿਸਟੈਂਸ ਵਾਕ ਕੀਤਾ ਉਹਨੇ, ਉਹ ਫਾਈਂਡ ਆਊਟ ਕਰਨਾ ਆਪਾਂ। ਕਲੀਅਰ। ਸਭ ਤੋਂ ਪਹਿਲਾਂ ਡਾਇਗਰਾਮ ਦੇਖਦੇ ਹਾਂ। ਇਹ ਮੋਸਟ ਇੰਪੋਰਟੈਂਟ ਕੁਐਸਚਨ ਹੈ, ਕਈ ਵਾਰ ਪੇਪਰ ਦੇ ਵਿੱਚ ਆਇਆ ਹੋਇਆ ਇਹ ਕੁਐਸਚਨ। ਠੀਕ ਹੈ, ਦੇਖੋ ਆ ਆਪਣੀ ਬਿਲਡਿੰਗ ਹੈ AB। ਕਲੀਅਰ। ਜਿਸ ਦੀ ਹਾਈਟ ਆਪਾਂ ਨੂੰ ਕਿੰਨੀ ਗਿਵਨ ਆ, 30 ਮੀਟਰ। ਕਲੀਅਰ। ਸਮ ਡਿਸਟੈਂਸ ਦੇ ਉੱਪਰ ਇੱਥੇ ਇੱਕ ਬॉय ਖੜਾ 1.5 ਮੀਟਰ ਟਾਲ। ਕਲੀਅਰ। ਸਪੋਜ਼ ਕਰ ਲਓ ਇਹ CD ਆ। ਓਕੇ, ਨਾਓ ਕਹਿੰਦੇ ਇਹਦਾ ਐਂਗਲ ਆਫ ਐਲੀਵੇਸ਼ਨ ਬਣਦਾ 30 ਡਿਗਰੀ ਪਹਿਲਾਂ। ਹੁਣ ਦੇਖੋ ਇੱਥੇ 90 ਡਿਗਰੀ ਐਂਗਲ ਬਣ ਰਿਹਾ ਹੈਗਾ। ਕਲੀਅਰ।
ਇੱਥੇ 30 ਬਣੂਗਾ। ਜਿਉਂ-ਜਿਉਂ ਉਹ ਆ ਰਿਹਾ ਗਾ ਤਾਂ ਐਂਗਲ ਇਨਕਰੀਜ਼ ਹੋਊਗਾ, ਹਮੇਸ਼ਾ ਇੱਧਰ ਨੂੰ ਐਂਗਲ ਇਨਕਰੀਜ਼ ਹੋਊ, ਕਿਉਂਕਿ ਇੱਥੇ ਆ ਕੇ 90 ਫੇਰ ਹੀ ਬਣੂਗਾ ਨਾ। ਜੇ ਕਿਸੇ ਨੂੰ ਨਹੀਂ ਯਾਦ ਰਹਿੰਦਾ ਉਹ ਇੱਦਾਂ ਯਾਦ ਰੱਖ ਲਓ, 30 ਡਿਗਰੀ 60 ਡਿਗਰੀ ਐਂਡ 90 ਡਿਗਰੀ ਇੱਦਾਂ ਇਨਕਰੀਜ਼ ਹੁੰਦਾ। ਕਲੀਅਰ। ਦੇਖੋ ਪਹਿਲਾਂ ਉਹਦਾ ਐਂਗਲ ਬਣ ਰਿਹਾ ਹੈਗਾ 30 ਡਿਗਰੀ, ਆਹ ਉਹਦੀ ਲਾਈਨ ਆਫ ਸਾਈਟ ਆ, ਠੀਕ ਹੈ। ਸੌਰੀ ਆਹ ਲਾਈਨ ਆਫ ਸਾਈਟ ਹੈ, ਇਹ ਹੌਰੀਜ਼ੋਂਟਲ ਆ, ਇੱਥੇ ਐਂਗਲ ਬਣ ਰਿਹਾ ਹੈਗਾ 30 ਡਿਗਰੀ। ਕਲੀਅਰ। ਸਪੋਜ਼ ਕਰ ਲਓ ਉਹ ਇਸ ਪੁਆਇੰਟ ਤੇ ਈ ਤੇ ਪਹੁੰਚ ਗਿਆ। ਕਲੀਅਰ। ਆਪਣੇ ਕੋਲ ਈ ਤੇ ਐਂਗਲ ਕਿੰਨਾ ਬਣਦਾ 60 ਡਿਗਰੀ ਉਹਦੀਆਂ ਆਈਜ਼ ਦੇ ਨਾਲ। ਕਲੀਅਰ। ਆਪਾਂ ਨੇ ਫਾਈਂਡ ਆਊਟ ਕਰਨਾ ਸੀ ਈ ਕਿ ਉਹਨੇ ਕਿੰਨਾ ਵਾਕ ਕੀਤਾ। ਕਲੀਅਰ। ਇਹੀ ਆਪਾਂ ਫਾਈਂਡ ਆਊਟ ਕਰਨਾ ਨਾ। ਹੁਣ ਦੇਖੋ ਧਿਆਨ ਨਾਲ, ਆਪਣੇ ਕੋਲ ਏ ਬੀ, ਇਹ ਪੁਆਇੰਟ ਨੂੰ ਐਫ ਨਾਮ ਦੇ ਦਈਏ ਆਪਾਂ, ਠੀਕ ਹੈ। ਇੱਥੇ ਬॉय ਪਹੁੰਚਿਆ ਸੀ, ਸਪੋਜ਼ ਕਰ ਲਓ ਇਹ ਜੀ ਪੁਆਇੰਟ ਆ। ਕਲੀਅਰ। ਹੁਣ ਦੇਖੋ ਆਪਣੇ ਕੋਲ ਏ ਬੀ ਹੈਗਾ 30 ਮੀਟਰ, ਸੀ ਡੀ ਆਪਣੇ ਕੋਲ 1.5 ਮੀਟਰ ਆ। ਜੇ ਬॉय ਇੱਥੇ ਆ ਕੇ ਖੜ ਜੇ ਐਫ ਬੀ ਤੇ ਤਾਂ ਇਹ ਵੀ ਤਾਂ 1.5 ਮੀਟਰ ਹੋਊਗੀ ਨਾ। ਕਲੀਅਰ। ਤਾਂ ਐਫ ਬੀ ਆਪਣੇ ਕੋਲ ਕਿੰਨੀ ਆ 1.5 ਮੀਟਰ, ਕਿਉਂਕਿ ਸੇਮ ਹੋਊਗੀ। ਤਾਂ ਏ ਐਫ ਆਪਾਂ ਇੱਥੋਂ ਫਾਈਂਡ ਆਊਟ ਕਰ ਸਕਦੇ ਹਾਂ, ਕਿਉਂਕਿ ਜਿਹੜੀ ਆਪਣੀ ਟਰਾਇੰਗਲ ਬਣਦੀ ਆ ਉਹਦੇ ਵਿੱਚ ਇੱਕ ਤੁਸੀਂ ਦੇਖਣਾ ਹੁੰਦਾ 90 ਡਿਗਰੀ ਐਂਗਲ, ਇੱਕ ਤੁਸੀਂ ਦੇਖਣਾ ਹੁੰਦਾ ਜੋ ਵੀ ਐਂਗਲ ਆਫ ਐਲੀਵੇਸ਼ਨ ਬਣਦਾ ਉਹ ਰਾਈਟ ਟਰਾਇੰਗਲ ਲੈਣੀ ਹੁੰਦੀ ਆ ਆਪਾਂ। ਕਲੀਅਰ। ਤਾਂ ਇਹਦਾ ਮਤਲਬ ਈ ਐਫ ਲਵਾਂਗੇ ਆਪਾਂ ਇੱਕ ਵਾਰ ਲਵਾਂਗੇ ਆਪਾਂ ਏ ਸੀ ਐਫ, ਠੀਕ ਹੈ। ਕਿਉਂਕਿ ਆਪਾਂ ਪਹਿਲਾਂ ਸੀ ਐਫ ਫਾਈਂਡ ਆਊਟ ਕਰ ਲਾਂਗੇ, ਫਿਰ ਆਪਾਂ ਈ ਐਫ ਫਾਈਂਡ ਆਊਟ ਕਰ ਲਾਂਗੇ। ਜੇ ਆਪਾਂ ਸੀ ਐਫ ਦੇ ਵਿੱਚੋਂ ਈ ਐਫ ਮਾਈਨਸ ਕਰ ਦਾਂਗੇ ਤਾਂ ਹੀ ਆਪਣੇ ਕੋਲ ਸੀ ਈ ਬਚੂਗਾ ਨਾ। ਕਲੀਅਰ। ਤਾਂ ਆਪਾਂ ਕੀ ਕਰਾਂਗੇ, ਇੱਕ ਵਾਰ ਆਹ ਟਰਾਇੰਗਲ ਲਵਾਂਗੇ ਏ ਸੀ ਐਫ, ਇੱਕ ਵਾਰ ਏ ਈ ਐਫ ਟਰਾਇੰਗਲ ਲਵਾਂਗੇ। ਉਹਦੇ ਲਈ ਆਪਾਂ ਨੂੰ ਏ ਐਫ ਦਾ ਡਿਸਟੈਂਸ ਪਤਾ ਹੋਣਾ ਚਾਹੀਦਾ। ਤਾਂ ਏ ਐਫ ਆਪਾਂ ਕਿਵੇਂ ਕੱਢਾਂਗੇ, ਜੇ ਆਪਾਂ ਏ ਬੀ ਦੇ ਵਿੱਚੋਂ ਐਫ ਬੀ ਕੱਟ ਕਰ ਦਈਏ ਤਾਂ ਪਿੱਛੇ ਕੀ ਬਚੂ, ਆਪਣਾ ਏ ਐਫ ਹੀ ਬਚੂਗਾ ਨਾ। ਕਲੀਅਰ। ਦੇਖੋ ਏ ਬੀ ਆਪਣੇ ਕੋਲ ਗਿਵਨ ਆ 30 ਮੀਟਰ, ਸੀ ਡੀ ਆਪਣੇ ਕੋਲ ਗਿਵਨ ਆ 1.5 ਮੀਟਰ, ਤਾਂ ਕਰਕੇ ਐਫ ਬੀ ਵੀ ਕਿੰਨਾ ਹੋਊਗਾ ਆਪਣੇ ਕੋਲ 1.5 ਮੀਟਰ। ਕਲੀਅਰ। ਤਾਂ ਏ ਐਫ ਫਾਈਂਡ ਆਊਟ ਕਰਨ ਲਈ ਏ ਬੀ ਮਾਈਨਸ ਐਫ ਬੀ। ਕਲੀਅਰ। 30 ਮਾਈਨਸ 1.5 ਮੀਟਰ ਕਿੰਨਾ ਆ ਜਾਏਗਾ 28.5 ਮੀਟਰ। ਕਲੀਅਰ। ਏ ਐਫ ਆਪਾਂ ਫਾਈਂਡ ਆਊਟ ਕਰਕੇ ਰੱਖਤਾ ਇੱਕ ਵਾਰ। ਨਾਓ ਦੇਖੋ ਇਨ ਟਰਾਇੰਗਲ ਏ ਸੀ ਐਫ ਦੇ ਵਿੱਚ ਇੱਥੇ ਰਾਈਟ ਐਂਗਲ ਪਿਆ, ਇੱਥੇ ਐਂਗਲ ਆਫ ਐਲੀਵੇਸ਼ਨ ਪਿਆ। ਆਪਾਂ ਨੇ ਫਾਈਂਡ ਆਊਟ ਕੀ ਕਰਨਾ ਸੀ ਐਫ। ਸੀ ਐਫ ਆਪਣਾ ਕੀ ਆ ਬੇਸ, ਇਹ ਆਪਣਾ ਕੀ ਆ ਪਰਪੈਂਡੀਕੂਲਰ। ਤਾਂ ਪੀ ਅਪੋਨ ਬੀ ਕੌਣ ਦਿੰਦਾ ਆਪਾਂ ਨੂੰ ਟੈਨ ਥੀਟਾ। ਟੈਨ ਥੀਟਾ ਲਗਾ ਕੇ ਆਪਾਂ ਸੀ ਐਫ ਫਾਈਂਡ ਆਊਟ ਕਰ ਲਾਂਗੇ। ਕਲੀਅਰ। ਨਾਓ ਇਨ ਟਰਾਇੰਗਲ ਏ ਸੀ ਐਫ ਦੇ ਵਿੱਚ tan theta equals to P upon B। ਕਲੀਅਰ। tan theta ਕਿੰਨਾ A C F ਦੇ ਵਿੱਚ ਦੇਖਣਾ ਤੁਸੀਂ 30, P upon B, P ਆਪਣਾ ਕੀ ਆ AF, ਬੇਸ ਆਪਣਾ ਕੀ ਆ CF। tan 30 ਦੀ ਵੈਲਿਊ ਕਿੰਨੀ ਹੁੰਦੀ ਆ √3, ਸੌਰੀ 1/√3। ਕਲੀਅਰ। AF ਆਪਣਾ ਕਿੰਨਾ ਹੈ 28.5 अपॉन CF ਆਪਾਂ ਫਾਈਂਡ ਆਊਟ ਕਰਨਾ, ਕ੍ਰੋਸ ਮਲਟੀਪਲਾਈ CF ਆਪਣਾ ਕਿੰਨਾ ਆ ਜਾਏਗਾ 28.5 √3 ਮੀਟਰਸ। ਕਲੀਅਰ। CF ਆਪਣਾ ਫਾਈਂਡ ਆਊਟ ਹੋ ਗਿਆ। ਨਾਓ ਆਪਾਂ EF ਕੱਢਦੇ ਹਾਂ ਟਰਾਇੰਗਲ AEF ਦੇ ਵਿੱਚੋਂ। ਇਨ ਟਰਾਇੰਗਲ AEF P upon B ਫੇਰ ਲੱਗੂਗਾ ਕਿਉਂਕਿ ਪਰਪੈਂਡੀਕੂਲਰ ਹੈਗਾ, ਬੇਸ ਆਪਾਂ ਫਾਈਂਡ ਆਊਟ ਕਰਨਾ। tan ਥੀਟਾ ਇਕਲਸ ਟੂ P upon B। ਕਲੀਅਰ। ਥੀਟਾ ਇੱਥੇ ਕਿੰਨਾ 60 ਡਿਗਰੀ, P ਆਪਣਾ ਕੀ ਆ AF, ਨਾਓ ਬੇਸ ਆਪਣਾ ਕੀ ਆ EF। ਕਲੀਅਰ।
tan 60 कितना होंदा √3। ए एफ अपना है 28.5। ई एफ आपां फाइंड आउट करना। क्लीयर। क्रॉस मल्टीप्लाई वी गेट ई एफ इक्वल्स टू 28.5 अपॉन √3। नाउ डिनोमीनेटर दे विच √3 आ गया तो आपां इनू की करांगे रैशनलाइज, उपर नीचे √3 नाल मल्टीप्लाई। क्लीयर। 28.5 √3 नीचे √3 नू √3 नाल मल्टीप्लाई किया 3। क्लीयर। कटिंग करके कितना आ जाएगा ये 9.5। क्लीयर। वी गेट 9.5 √3 मीटर्स। ई एफ आ गई अपनी। क्लीयर। नाउ आपां फाइंड आउट की करना सी ई, क्योंकि आपां नूं पुछया सीगा जिन्ना डिस्टेंस उन्हें कवर किया बिल्डिंग वाल जांदे होए। ठीक है, तो सी ई आपां किवें कड्डांगे सी एफ माइनस ई एफ। सी एफ आपां फाइंड आउट कर लिया, ई एफ भी आपां फाइंड आउट कर लिया, दोनों नूं सबट्रैक्ट करके सी ई आपां कढ दिंदे आ। नाउ सी ई इक्वल्स टू सी एफ माइनस ई एफ। सी एफ अपना आया सी 28.5 √3 माइनस ई एफ अपना आया 9.5 √3 मीटर। क्लियर। वी गेट 19 √3 मीटर्स। अपने को सी ई कितना आ गया 19 √3 मीटर्स। ठीक है। द डिस्टेंस covered by boy is 19 √3 मीटर। नाउ 7th क्वेश्चन, ये भी बहुत ईजी एंड इंपॉर्टेंट क्वेश्चन है, ये भी पेपर दे विच आया होया। ठीक है। फ्रॉम अ पॉइंट ऑन द ग्राउंड, कहते एक पॉइंट के उपर ग्राउंड के उपर एक पॉइंट आ, द एंगल्स ऑफ एलिवेशन ऑफ द बॉटम एंड टॉप ऑफ अ ट्रांसमिशन टावर फिक्सड एट द टॉप ऑफ अ 20 मीटर हाई बिल्डिंग। कहते एक 20 मीटर हाई बिल्डिंग है, सपोज करो ए बी अपनी बिल्डिंग है। ठीक है, जिसकी हाइट अपने कोल कितनी है 20 मीटर। क्लीयर। इस दे उपर एक टावर आ, सपोज कर लो ए सी अपना टावर आ। ठीक है, कहते की आ एक पॉइंट आ ग्राउंड के उपर, सपोज करो डी अपने कोल पॉइंट। ठीक है। एंगल ऑफ एलिवेशन ऑफ द बॉटम एंड द टॉप ऑफ अ ट्रांसमिशन टावर। एक टावर दे बॉटम ते बन रहा एंगल, एक टॉप ते बन रहा। ठीक है, बॉटम ते एंगल कितना बनता है 45 डिग्री रिस्पैक्टिवली है ना। ਇਹਦਾ मतलब होंगे बॉटम वाला एंगल 45, मतलब फर्स्ट का फर्स्ट आंसर, सैकेंड का सैकेंड। ठीक है। टॉप ते एंगल कितना बन रहा 60। टॉप आ वाला गा, बॉटम आ वाला टावर का। ठीक है, पहला बॉटम ते एंगल बन रहा अपने कोल कितना 45 डिग्री। क्लीयर। इत्थे 45 एंगल, टॉप ते एंगल कितना बन रहा 60 डिग्री। क्लीयर। डायग्राम क्लीयर होएगी तो ही थोड़ा आंसर आएगा, बिना डायग्राम तो आंसर नहीं आना इसका। ठीक है, किसी भी क्वेश्चन का। कहते बिल्डिंग की हाइट अपने कोल 20 मीटर। फाइंड द हाइट ऑफ द टावर। टावर की हाइट आप फाइंड आउट करनी है, ए सी आप फाइंड आउट करना। ठीक है, अपने कोल दो राइट एंगल ट्रायंगल बनदियाँ, एक ए बी डी, एक अपने कोल बी सी डी। इन्होंने दोनों चो आप ए सी फाइंड आउट करना। ठीक है, देखो सब तो पहला लेट ए बी अ बिल्डिंग ऑफ हाइट 20 मीटर। क्लियर। एंड ए सी बी अ टावर। क्लीयर। ए सी अपने कोल टावर आ, ए बी अपने कोल बिल्डिंग है जिसकी हाइट आपां नूं गिवन आ। क्लीयर। नाउ इन ट्रायंगल, सब तो पहला आपां ट्रायंगल ले लीए ए बी डी। ए बी डी दे विच आपां नूं एंगल गिवन आ 45। क्लीयर। अपने कोल ए बी हैगा, आपां बी डी फाइंड आउट कर सकते हैं। ठीक है, बी डी की हैल्प दे नाल आपां फिर बी सी फाइंड आउट कर सकते हैं। जदों अपने कोल बी सी आ गया, बी सी दे विचों ए बी कट करके अपने कोल की रह जाएगा ए सी। क्लीयर।
Now in triangle ABD, we know ਇਹ ਆਪਣੇ ਕੋਲ P ਆ, ਇਹ ਆਪਣੇ ਕੋਲ B ਆ। P ਤੇ B ਦਾ ਰਿਲੇਸ਼ਨ ਕੌਣ ਦਿੰਦਾ ਆਪਣੇ ਕੋਲ? tan ਥੀਟਾ। We know tan ਥੀਟਾ ਇਕਲਸ ਟੂ P upon B। tan ਥੀਟਾ ਆਪਣੇ ਕੋਲ ਕਿੰਨਾ ਇੱਥੇ ABD ਲਈ 45। ਐਂਗਲਸ ਧਿਆਨ ਨਾਲ ਦੇਖਣੇ ਆ ਕਿਹੜੀ ਟਰਾਇੰਗਲ ਦਾ, ਠੀਕ ਹੈ। P ਆਪਣੇ ਕੋਲ ਕੀ ਹੈ? AB ਐਂਡ ਬੇਸ ਕੀ ਆ ਆਪਣੇ ਕੋਲ? BD। ਕਲੀਅਰ? ਵੈਲਿਊਜ਼ ਪੁੱਟ ਕਰ ਦਿਓ ਸਾਰੀਆਂ। tan 45 ਕਿੰਨਾ ਹੁੰਦਾ? 1 ਇਕਲਸ ਟੂ AB ਆਪਣੇ ਕੋਲ ਹੈ 20 ਐਂਡ BD ਆਪਾਂ ਫਾਈਂਡ ਆਊਟ ਕਰਨਾ ਬਾਈ ਕ੍ਰੋਸ ਮਲਟੀਪਲਾਈ। BD ਆਪਣੇ ਕੋਲ ਕਿੰਨਾ ਆ ਗਿਆ? 20 ਮੀਟਰ। ਕਲੀਅਰ? ਹੁਣ ਆਪਣੇ ਕੋਲ BD ਦੀ ਵੈਲਿਊ ਆ ਗਈ। ਆਪਾਂ ਕੀ ਕਰਾਂਗੇ? ਇਨ ਟਰਾਇੰਗਲ BCD ਦੇ ਵਿੱਚ BC ਫਾਈਂਡ ਆਊਟ ਕਰ ਲਈਏ, ਫਿਰ P upon B tan ਥੀਟਾ, ਠੀਕ ਹੈ। ਇਨ ਟਰਾਇੰਗਲ BCD we know tan theta equals to P upon B। ਇਸ ਟਰਾਇੰਗਲ ਦੇ ਲਈ ਥੀਟਾ ਆਪਣਾ ਕਿੰਨਾ? 60 ਡਿਗਰੀ। P ਆਪਣਾ ਕੀ ਆ? BC ਐਂਡ ਬੇਸ ਆਪਣਾ ਕੀ ਆ? BD। tan 60 ਕਿੰਨਾ ਹੁੰਦਾ? √3। BC ਆਪਾਂ ਫਾਈਂਡ ਆਊਟ ਕਰਨਾ ਐਂਡ BD ਹੁਣੇ ਆਪਾਂ ਫਾਈਂਡ ਆਊਟ ਕੀਤਾ 20। ਇੱਥੋਂ ਕ੍ਰੋਸ ਮਲਟੀਪਲਾਈ ਕਰਕੇ BC ਆਪਣੇ ਕੋਲ ਕਿੰਨਾ ਆ ਗਿਆ? 20√3 ਮੀਟਰਸ। ਕਲੀਅਰ? ਨਾਓ ਆਪਾਂ ਫਾਈਂਡ ਆਊਟ ਕੀ ਕਰਨਾ ਸੀ? AC। ਆਪਾਂ BC ਦੇ ਵਿੱਚੋਂ AB ਮਾਈਨਸ ਕਰ ਦਿੰਦੇ ਆ। ਨਾਓ AC ਇਕਲਸ ਟੂ BC ਮਾਈਨਸ AB। BC ਆਪਾਂ ਫਾਈਂਡ ਆਊਟ ਕਰਦੇ ਆ 20√3 ਮਾਈਨਸ AB ਆਪਣੇ ਕੋਲ ਗਿਵਨ ਸੀ 20। ਕਲੀਅਰ? 20 ਕਾਮਨ ਆ ਜਾਏਗਾ। ਵੀ ਗੈਟ 20√3 ਮਾਈਨਸ 1। ਠੀਕ ਹੈ, ਤੁਸੀਂ ਇੱਥੇ ਵੀ ਛੱਡ ਸਕਦੇ ਹੋ, ਇਹਨੂੰ ਅੱਗੇ ਸੋਲਵ ਵੀ ਕਰ ਸਕਦੇ ਹੋ। √3 ਦੀ ਵੈਲਿਊ 1.73 ਪੁੱਟ ਕਰਕੇ ਮਾਈਨਸ ਕਰਕੇ ਉਹਨਾਂ ਨੂੰ ਮਲਟੀਪਲਾਈ। ਕਲੀਅਰ? ਇੱਥੇ ਛੱਡਣਾ, ਇੱਥੇ ਛੱਡ। ਓਕੇ, ਕੁਐਸਚਨ 8th, a statue 1.6 meter tall stands on the top of a pedestal from a point on the ground. The angle of elevation of the top of the statue is 60 degree, and from the same point the angle of elevation of the top of pedestal is 45 degree. Find the height of the pedestal. ਪੜ੍ਹਨ ਤੋਂ ਤੁਹਾਨੂੰ ਐਵੇਂ ਨਹੀਂ ਲੱਗ ਰਿਹਾ ਵੀ ਇੱਦਾਂ ਦਾ ਕੁਐਸਚਨ ਆਪਾਂ ਕਰਕੇ ਹਟੇ ਹੁਣੇ? ਯੈਸ, 7th ਕੁਐਸਚਨ ਬਿਲਕੁਲ ਸੇਮ ਸੀ, ਬਿਲਕੁਲ ਹੀ। ਬਸ ਉਹਦੇ ਵਿੱਚ ਕੀ ਸੀਗਾ, ਆਪਾਂ ਨੂੰ ਬਿਲਡਿੰਗ ਦੇ ਉੱਪਰ ਟਾਵਰ ਦਿੱਤਾ ਹੋਇਆ ਸੀ, ਟਾਵਰ ਦੀ ਲੈਂਥ ਫਾਈਂਡ ਆਊਟ ਕਰਨੀ ਸੀ। ਇੱਥੇ ਆਪਾਂ ਪੈਡੈਸਟਲ ਮਤਲਬ ਜਿਹਦੇ ਉੱਪਰ ਆਪਾਂ ਸਟੈਚੂ, ਉਹ ਪੱਥਰ ਦਾ ਨਹੀਂ ਬਣਿਆ ਹੁੰਦਾ ਜਿਹਦੇ ਉੱਪਰ ਸਟੈਚੂ ਖੜਾ ਹੁੰਦਾ, ਠੀਕ ਹੈ, ਉਹਨੂੰ ਪੈਡੈਸਟਲ ਬੋਲਦੇ ਆ। ਇੱਥੇ ਆਪਾਂ ਨੀਚੇ ਵਾਲੀ ਪੈਡੈਸਟਲ ਦੀ ਲੈਂਥ ਫਾਈਂਡ ਆਊਟ ਕਰਨੀ ਹੈ। ਠੀਕ ਹੈ, ਦੇਖੋ ਆ ਆਪਣੇ ਕੋਲ AB ਪੈਡੈਸਟਲ ਹੈ ਜਿਸ ਦੀ ਲੈਂਥ ਆਪਾਂ ਫਾਈਂਡ ਆਊਟ ਕਰਨੀ ਹੈ। ਠੀਕ ਹੈ, ਸਟੈਚੂ ਪਿਆ ਉਹਦੇ ਕੋਲ 1.6 ਮੀਟਰ ਟਾਲ, ਉਹਦੇ ਉੱਪਰ ਇੱਕ ਸਟੈਚੂ ਆ, ਸਪੋਜ਼ ਕਰ ਲਓ AC, ਜਿਸ ਦੀ ਲੈਂਥ ਕਿੰਨੀ ਆ ਆਪਣੇ ਕੋਲ 1.6 ਮੀਟਰ। ਕਲੀਅਰ? ਕਹਿੰਦੇ ਐਂਗਲ ਆਫ, ਇੱਕ ਪੁਆਇੰਟ ਆ ਗਰਾਊਂਡ ਦੇ ਉੱਪਰ, ਬਿਲਕੁਲ ਸੇਮ ਕੁਐਸਚਨ ਹੈ। ਗਰਾਊਂਡ ਤੇ ਇੱਕ ਪੁਆਇੰਟ ਆ, the angle of elevation of the top of the statue is 60 degree। ਕਹਿੰਦੇ ਸਟੈਚੂ ਦੇ ਟੌਪ ਤੇ ਐਂਗਲ ਕਿੰਨਾ ਬਣ ਰਿਹਾ ਹੈਗਾ? 60 degree। ਕਲੀਅਰ? from the same point, ਉਸੇ ਪੁਆਇੰਟ ਤੋਂ angle of elevation of the top of pedestal is 45। ਟੌਪ ਪੈਡੈਸਟਲ ਦਾ ਆਹ ਮਤਲਬ ਬੋਟਮ ਕੀ ਦਾ? ਸਟੈਚੂ ਦਾ। ਕਿੰਨਾ ਐਂਗਲ ਬਣ ਰਿਹਾ? 45 degree। ਕਲੀਅਰ? ਫਾਈਂਡ ਦਾ ਹਾਈਟ ਆਫ ਦਾ ਪੈਡੈਸਟਲ, ਇਹ ਆਪਾਂ ਫਾਈਂਡ ਆਊਟ ਕਰਨਾ। ਸੇਮ ਆਪਾਂ ਕੀ ਕਰਾਂਗੇ, ਇਨ ਟਰਾਇੰਗਲ AB, ਸਪੋਜ਼ ਕਰ ਲਓ ਆ D ਪੁਆਇੰਟ, ABD ਲੈ ਲਾਂਗੇ। ਆਪਣੇ ਕੋਲ AB ਤੇ BD ਹੈ ਨਹੀਂ ਗੀਆਂ, ਇੱਥੋਂ BD ਦੀ ਵੈਲਿਊ AB ਦੇ ਇਕੁਅਲ ਆ ਜੂ ਕਿਉਂਕਿ 45 ਡਿਗਰੀ ਐਂਗਲ ਆ। ਠੀਕ ਹੈ, ਤਾਂ ਫਿਰ ਆਪਾਂ ਕੀ ਕਰਾਂਗੇ, BC upon BD ਲੈ ਲਾਂਗੇ, ਉੱਥੋਂ ਆਪਣੇ ਕੋਲ AB ਫਾਈਂਡ ਆਊਟ ਹੋ ਜਾਏਗੀ। ਕਲੀਅਰ? ਕਰਦੇ ਹਾਂ ਕੁਐਸਚਨ, ਇੱਕ ਵਾਰ ਤੁਸੀਂ ਆਪ ਕਰਕੇ ਦੇਖਿਓ, ਇਹ ਕੁਐਸਚਨ ਬਹੁਤ ਈਜ਼ੀ ਹੈ, ਬਿਲਕੁਲ ਐਜ਼ ਇਟ ਇਜ਼ 7th ਨਾਲ ਦਾ। ਠੀਕ ਹੈ, let AB be a pedestal and AC be a statue of height 1.6 meter। Clear? Now in triangle
ABD P upon B ਕੀ ਹੁੰਦਾ tan theta equals to P upon B tan ABD ਦੇ ਲਈ ਥੀਟਾ ਕਿੰਨਾ ਆਪਣੇ ਕੋਲ 45 ਐਂਗਲ ਦਾ ਨਹੀਂ ਪਤਾ ਹੁੰਦਾ ਨਾ ਤਾਂ ਐਵੇਂ ਡਾਰਕ ਕਰਕੇ ਦੇਖ ਲਿਆ ਕਰੋ ਕਿ ਕਿਹੜੇ ਟ੍ਰਾਇੰਗਲ ਦਾ ਕਿਹੜਾ ਐਂਗਲ ਬਣ ਰਿਹਾ ਕਲੀਅਰ P ਆਪਣੇ ਕੋਲ ਕੀ ਆ AB ਐਂਡ B ਆਪਣੇ ਕੋਲ ਕੀ ਆ ਬੇਸ ਕੀ ਆ BD ਕਲੀਅਰ tan 45 1 ਨਾ ਹੀ ਆਪਾਂ ਨੂੰ AB ਪਤਾ ਨਾ ਹੀ ਇੱਥੇ ਆਪਾਂ ਨੂੰ BD ਪਤਾ we get BD equals to AB ਇੱਥੇ ਇਹਨੂੰ ਛੱਡ ਦੋ ਕਲੀਅਰ ਨੰਬਰ 1 ਦੇ ਦੋ ਇਨ ਟ੍ਰਾਇੰਗਲ BCD ਦੇ ਵਿੱਚ ਹੁਣ ਦੇਖੋ ਫਿਰ P upon B tan theta here theta ਕਿੰਨਾ ਆਪਣਾ 60 ਡਿਗਰੀ P ਆਪਣੇ ਕੋਲ ਕੀ ਆ BC ਬੇਸ ਆਪਣੇ ਕੋਲ ਕੀ ਆ BD ਕਲੀਅਰ tan 60 ਕਿੰਨਾ ਹੁੰਦਾ √3 BC upon BD क्रॉस मल्टीप्लाई कर दो BD √3 BD equals to BC क्लीयर ये आ गया अपने को हुण देखो BC दी जगह आपां की लिख सकते हैं AC plus AB now BC equals to AB plus AC क्लीयर ਹੁਣ BC ਦੀ ਵੈਲਿਊ ਆਪਾਂ ਨੂੰ ਪਤਾ √3 BD ਇੱਥੇ ਪੁੱਟ ਕਰ ਦੋ AB ਆਪਣੇ ਕੋਲ ਕਿੰਨਾ ਗਾ ਇਹਦੀ ਵੈਲਿਊ ਪਤਾ ਨਹੀਂ ਇਹੀ ਆਪਾਂ ਫਾਈਂਡ ਆਊਟ ਕਰਨਾ AC ਆਪਣੇ ਕੋਲ ਕਿੰਨਾ ਗਾ 1.6 ਮੀਟਰ ਕਲੀਅਰ ਹੁਣ ਦੇਖੋ AB ਤੇ BD ਇੱਧਰ ਆਪਣੇ ਕੋਲ BD ਪਿਆ ਇੱਧਰ ਆਪਣੇ ਕੋਲ AB ਪਿਆ AB ਤੇ BD ਆਪਣੇ ਕੋਲ ਦੋਨੋਂ ਸੇਮ ਨੇ ਚਾਹੇ ਦੋਨੋਂ ਜਗ੍ਹਾ AB ਲਿਖ ਸਕਦੇ ਹਾਂ ਚਾਹੇ ਦੋਨੋਂ ਜਗ੍ਹਾ ਆਪਾਂ BD ਲਿਖ ਸਕਦੇ ਹਾਂ ਬਟ ਆਪਾਂ ਫਾਈਂਡ ਆਊਟ ਕੀ ਕਰਨਾ AB ਤਾਂ ਦੋਨੋਂ ਜਗ੍ਹਾ AB ਲਿਖ ਲਈਏ ਆਪਾਂ ਆਪਣੇ ਕੋਲ ਕੀ ਆ ਜਾਏਗਾ √3 AB equals to AB plus 1.6 ਕਲੀਅਰ ਆ AB ਇੱਧਰ ਪਲੱਸ ਹੈ ਇੱਧਰ ਆ ਕੇ ਕੀ ਹੋ ਜਾਏਗਾ ਮਾਈਨਸ √3 AB minus AB equals to 1.6 clear AB दोनों चो common we get √3 minus 1 equals to 1.6 clear इधर मल्टीप्लाई चो उधर जाके की हो जाएगा डिवाइड AB equals to 1.6 upon √3 minus 1 डिनोमीनेटर दे विच रूट पिया तां आपां की करांगे इहनूं रैशनलाइज √3 plus 1 upon √3 plus 1 clear AB equals to 1.6 √3 plus 1 नीचे की बन रही अपनी आइडेंटिटी A माइनस B A प्लस B की होंगी अपने कोल A स्क्वायर माइनस B स्क्वायर दैट मीनस √3 स्क्वायर माइनस 1 स्क्वायर क्लियर 1.6 √3 plus 1 स्क्वायर नाल स्क्वायर रूट कैंसल वी गेट 3 minus 1 1.6 √3 plus 1 3 minus 1 equals to 2 कटिंग करके अपने कोल कितना आ गया 0.8 वी गेट AB equals to 0.8 √3 plus 1 मीटर्स क्लीयर यही ਆਪਾਂ फाइंड आउट करना सी इत्थे तुसी √3 ਦੀ ਵੈਲਿਊ ਪੁੱਟ ਕਰਕੇ ਉਹਨੂੰ ਅੱਗੇ ਸੋਲਵ ਵੀ ਕਰ ਸਕਦੇ ਹਾਂ ਠੀਕ ਹੈ ਹੈਂਸ height of pedestal is 0.8 √3 plus 1 meters clear now question 9th the angle of elevation of the top of a building from the foot of the tower is 30 degree first line ਤੋਂ ਆਪਾਂ ਨੂੰ clear ਹੋ ਰਿਹਾ ਕਿ ਇੱਕ building ਹੈ ਇੱਕ tower ਆ एंगल ऑफ एलिवेशन बन रहा बिल्डिंग के टॉप ते टावर के फुट तो कितना 30 डिग्री हुण फुट ते टॉप तो फुट तो टॉप ते एंगल तां ही बनू जे दोनों आमने सामने पए होणगे दैट मीनस एक बिल्डिंग अपने कोल एक टावर आ सपोज कर लो ए बी अपने कोल टावर आ उहदे सामने अपने कोल एक बिल्डिंग आ क्लीयर
सी डी अपने कोल बिल्डिंग आ। क्लीयर। कहते एंगल ऑफ एलिवेशन ऑफ द टॉप ऑफ अ बिल्डिंग फ्रॉम द फुट ऑफ द टावर, टावर दे फुट तो एंगल बन रहा बिल्डिंग दे टॉप ते। आ अपने कोल फुट आ गया टावर का, ये टॉप ते बिल्डिंग दे टॉप ते एंगल बन रहा कितना बन रहा 30 डिग्री। क्लीयर। एंड द एंगल ऑफ एलिवेशन ऑफ द टॉप ऑफ द टावर फ्रॉम द फुट ऑफ द बिल्डिंग, बिल्डिंग दे फुट तो टावर दे टॉप ते एंगल बन रहा 60 डिग्री। फुट तो टॉप ते एंगल बन रहा 60 डिग्री। क्लीयर। इफ द टावर इज़ 50 मीटर हाई, कहते टावर की हाइट जे 50 मीटर आ, फाइंड द हाइट ऑफ द बिल्डिंग, बिल्डिंग की हाइट आप फाइंड आउट करनी है। दैट मीनस सी डी आप फाइंड आउट करना, ए बी अपने कोल गिवन आ। ठीक है। लेट ए बी आ टावर ऑफ हाइट 50 मीटर एंड सी डी बी अ बिल्डिंग। ठीक है, जिसकी हाइट आप फाइंड आउट करनी है। क्लीयर इन्नी चीज़। हुण देखो इन ट्राइंगल ए बी डी दे विच अपने कोल एंगल कितना है 60 डिग्री, इत्थे अपने कोल परपेंडिकुलर है। ठीक है, तो आप ए बी डी दे विचों पी अपॉन बी लगा के बी डी फाइंड आउट कर सकते हैं। क्लीयर। फिर इस तो बाद जो अपने कोल बी डी आ गया तो बी सी डी ट्राइंगल दे विच बी डी अपने कोल बेस हैगा तो परपेंडिकुलर आप फाइंड आउट कर सकते हैं। क्लीयर। बहुत ईजी क्वेश्चन आ, बिल्कुल सेम, बस ध्यान तुसीं इन्ना रखना कि किहड़ी ट्राइंगल दे विचों की फाइंड आउट हो जाऊगा, किहड़ी चों की हो जाऊगा। क्लीयर। नाउ इन ट्राइंगल ए बी डी लैने आप पहला। ठीक है, पी अपॉन बी की दिंदा अपने कोल टैन थीटा, टैन थीटा इक्वल्स टू पी अपॉन बी। टैन थीटा अपने कोल कितना ए बी डी दे लई 60 डिग्री, पी परपेंडिकुलर कितना अपना ए बी, बेस अपना कितना बी डी। क्लीयर। वैल्यूज पुट करो, टैन 60 √3, ए बी अपने कोल कितना 50, बी डी आप फाइंड आउट करना। क्लीयर। अपने कोल क्रॉस मल्टीप्लाई करके बी डी कितना आ गया 50 अपॉन √3, रैशनलाइज कर दो, we get 50 √3 अपॉन 3 मीटर्स। क्लीयर। तो बी डी अपने कोल कितना आ गया 50 √3 अपॉन 3 मीटर। क्लीयर। नाउ वी हैव टू फाइंड सी डी। आप सी डी फाइंड आउट करना किहड़ी ट्राइंगल तो आएगा बी सी डी चो। इन ट्राइंगल बी सी डी पी अपॉन बी टैन थीटा हुंदा, इस दे लई एंगल कितना अपने कोल 30 डिग्री, पी अपने कोल की आ सी डी, बेस बी अपने कोल की आ बी डी। क्लीयर। वैल्यूज पुट करो, टैन 30 1/√3, सी डी अपने कोल फाइंड आउट करना है आप, बी डी आप कितना फाइंड आउट किया 50 √3 अपॉन 3। ठीक है, 1/√3 आ 3 ऊपर चल जाएगा मल्टीप्लाई होके 3 सी डी अपॉन 50 √3। क्लियर। नाउ क्रॉस मल्टीप्लाई, वी गेट 50 √3 अपॉन √3, आ वाला 3 भी नीचे मल्टीप्लाई हो जाएगा आके, वी गेट सी डी आ गया। ठीक है, √3 नाल √3 कैंसल, वी गेट सी डी इक्वल्स टू 50 अपॉन 3 मीटर्स। ठीक है, इनू सॉल्व करके अपने कोल कितना हुंदा 16 2/3, क्योंकि अपने कोल रिमाइंडर बचूगा। ठीक है, नाउ हैंस हाइट ऑफ किस दी हाइट आप फाइंड आउट करनी सी बिल्डिंग दी, हाइट ऑफ बिल्डिंग इज 16 2/3 मीटर्स। क्लियर। Now question 10th. Two poles of equal heights are standing opposite each other on either side of the road. कहंदे एक रोड आ, रोड दे अपोजिट साइड्स दे उपर दो पोल्स ने जिन्हां दी हाइट की आ सेम आ। ठीक है, विच इज़ 80 मीटर वाइड। कहंदे जिहड़ी ओह रोड आ उहदी विड्थ किन्नी आ 80 मीटर। सपोज करो
ए बी अपने कोल रोड आ जिहदी लेंथ सॉरी विड्थ है अपने कोल 80 मीटर। ठीक है, ਇਹਦੇ दोनों साइड्स ਦੇ ਉੱਪਰ पोल्स ने जिन्हां दी हाइट बिल्कुल सेम आ। ठीक है, सपोज कर लीए इन्हां दी एच हाइट आ, ਇਹ सी ਲੈ ਲੈਂਦੇ ਆ, ਇਹ पॉइंट ਆਪਾਂ डी ਲੈ ਲੈਂਦੇ ਆ। ठीक है, फ्रॉम अ पॉइंट बिटवीन दैम ऑन द रोड the angles of elevation of the top of the poles are 60 degree and 30 degree respectively। ਕਹਿੰਦੇ ਰੋਡ ਦੇ ਇੱਕ ਵਿਚਕਾਰ ਇੱਕ ਪੁਆਇੰਟ ਆ। ਠੀਕ ਹੈ, ਬਿਲਕੁਲ ਬਿਟਵੀਨ ਨਹੀਂ ਕਿਹਾ ਹੈਗਾ, ਮਿਡ ਪੁਆਇੰਟ ਨਹੀਂ ਹੈਗਾ, ਮਤਲਬ ਕਿਤੇ ਵੀ ਇੱਕ ਪੁਆਇੰਟ ਆ ਜਿਸ ਤੋਂ ਫਸਟ ਪੋਲ ਦੇ ਉੱਪਰ ਐਂਗਲ ਬਣ ਰਿਹਾ ਹੈਗਾ 60 ਡਿਗਰੀ ਐਂਡ ਸੈਕਿੰਡ ਪੋਲ ਤੇ ਐਂਗਲ ਬਣ ਰਿਹਾ 30 ਡਿਗਰੀ। ਠੀਕ ਹੈ, फाइंड द हाइट ऑफ द पोल, कहते दोनों पोल्स की हाइट फाइंड आउट करनी है एंड द डिस्टेंस ऑफ द पॉइंट फ्रॉम द पोल्स, मतलब ए तो ये पॉइंट आप ई ले लें, ए तो ई का डिस्टेंस एंड बी तो ई का डिस्टेंस आप फाइंड आउट करना। ठीक है, एक आप हाइट फाइंड आउट करनी है, एक पॉइंट पोल्स तो डिस्टेंस किन्ना गा वो फाइंड आउट करना आप। ठीक है, लैट ए सी and BD be a poles of height h मीटर। ठीक है, आप सपोज करके चल पे भी h मीटर हाइट है उन्होंने। क्लीयर, एंड ए ई आप सपोज कर लिए कि x तो बी ई आप कढ़ लाँगे, लैट ए ई अपने कोल कितना ले लिया आप x मीटर। ठीक है, तो बी ई कितना आ जाएगा अपने कोल ए बी माइनस ए ई, क्योंकि ए बी हैगा ए ई आप एक्स मान लिया तो बी ई कितना आ जाएगा 80 माइनस एक्स। क्लीयर, दैन बी ई इक्वल्स टू ए बी माइनस ए ई। क्लीयर, ए बी अपने कोल कितना 80, ए ई आप सपोज करके चले हैं एक्स, तो बी ई अपने कोल कितना आ गया 80 माइनस एक्स। क्लीयर, ओके, नाउ इन ट्राइंगल ए ई बी दे विच आपां लगावांगे पी अपॉन बी। ठीक है, फिर आपां लगावांगे बी ई डी दे विच पी अपॉन बी, इथों आपां एक्स ते एच फाइंड आउट कर लांगे। ठीक है, नाउ इन ट्राइंगल ए ई सी, इंपॉर्टेंट है भी क्वेश्चन, सारे क्वेश्चन इंपॉर्टेंट है, कोई पता नहीं कि एग्जामिनर किहड़ा क्वेश्चन एग्जाम दे विच पा दे। ठीक है, क्योंकि सारे सेम जे तो है, माड़ा माड़ा मजा फर्क है सारिਆਂ ਦੇ ਵਿੱਚ। ठीक है, इन ट्राइंगल ए ई सी ਦੇ ਵਿੱਚ पी अपॉन बी की ਹੁੰਦਾ टैन थीटा, ਇਹਦੇ ਵਿੱਚ एंगल कितना बन रहा 60 टैन 60, पी अपने कोल की आ ए सी, बेस अपने कोल की आ ए ई। ठीक है, सारिया वैल्यूज़ पुट कर दो, टैन 60 की वैल्यू होंगी है √3, ए सी अपने कोल एच आ एंड ए ई अपने कोल एक्स। ठीक है, इथों एच की वैल्यू कितनी आ गई अपने कोल क्रॉस मल्टीप्लाई करके √3x, इनू एक बार नंबर 1 दे के छड़ दो। क्लीयर, नाउ इन ट्राइंगल बी ई डी दे विच पी अपॉन बी टैन थीटा, इत्थे कोल थीटा अपने कोल कितना सॉरी इत्थे टैन 30, पी अपने कोल की है बी डी, बेस अपने कोल की है बी ई, बी डी अपॉन बी ई, वैल्यूज़ पुट कर दो, टैन 30 होंदा 1/√3, बी डी अपने कोल एच आ एंड बी ई अपने कोल 80 माइनस एक्स। क्लीयर, इथों एच की वैल्यू कढ़ लो, एच इक्वल्स टू 80 माइनस एक्स अपॉन √3। क्लीयर, इनू नंबर 2 दे दो। ठीक है, फ्रॉम 1 एंड 2 लैफ्ट साइड्स इक्वल ने तो राइट साइड्स भी आपस की होणगियां इक्वल, फ्रॉम 1 एंड 2 √3x इक्वल्स टू 80 माइनस एक्स अपॉन √3, राइट साइड से इक्वल ने आपस च। ठीक है, इनू क्रॉस मल्टीप्लाई कर दो, √3x इंटू √3 इक्वल्स टू 80 माइनस एक्स, √3 इंटू √3 3x इक्वल्स टू 80 माइनस एक्स।
आ माइनस इधर जाके की हो जाएगा +3x + x इक्वल्स टू 80, 3x + 1x 4x इक्वल्स टू 80। इथों x की वैल्यू कितनी आ गई अपने कोल 20 मीटर। क्लीयर, x की वैल्यू आ गई। आपां h भी फाइंड आउट करना सी, 1 दे विच पुट कर दीए, इत्थे पुट इन 1, h इक्वल्स टू कितना सी √3x, इत्थे पुट कर दो h इक्वल्स टू √3 × 20, वी गैट h इक्वल्स टू 20√3 मीटर। क्लीयर, हाइट तो आप फाइंड आउट कर ली, ठीक है, 20√3 आ गई, एक्स भी अपने कोल आ गया, मतलब ए ई डिस्टेंस भी आ गया। नाउ बी ई डिस्टेंस फाइंड आउट करने लिए इत्थे पुट कर देंगे 80 - x, ठीक है। ए ई अपने कोल आ गया 20 मीटर, तो बी ई अपने कोल कितना आ जाएगा 80 - 20, दैट मीन्स 60 मीटर। हैंस heights of poles B, हाइट कितनी आ गई 20√3 मीटर, एंड डिस्टेंस ऑफ पॉइंट फ्रॉम फर्स्ट पोल इज कितना आया 20 मीटर, एंड डिस्टेंस ऑफ point from second pole is 60 मीटर। क्लीयर, यही आप फाइंड आउट करनी है सी चीज़ां। जे कोई प्रॉब्लम होवे तो कमेंट सैक्शन दे विच चाहे मेरे इंस्टाग्राम दे उपर तुसी DM कर सकते हो, ठीक है। प्लीज़ वीडियो नू लाइक शेयर एंड सबसक्राइब जरूर करियो।